ਅੱਜ ਪੰਜਾਬ 'ਚ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਤਹਿਤ ਲਾਏ ਜਾਣਗੇ ਕੈਂਪ। ਲੋਕਾਂ ਦੀਆਂ ਮੁਸ਼ਕਿਲਾਂ ਦਾ ਮੌਕੇ ਤੇ ਕੀਤਾ ਜਾਵੇਗਾ ਨਿਪਟਾਰਾ। ਡੇਰਾਬੱਸੀ ਦੇ ਕੈਂਪ ਦੇ ਵਿੱਚ ਪਹੁੰਚਣਗੇ ਮੁੱਖ ਮੰਤਰੀ ਮਾਨ। ਮੇਅਰ ਚੰਡੀਗੜ੍ਹ ਚੋਣ ਤੇ ਸੁਪਰੀਮ ਕੋਰਟ ਦਾ ਵੱਡਾ ਆਦੇਸ਼। 7 ਤਰੀਕ ਨੂੰ ਹੋਣ ਵਾਲੇ ਬਜਟ ਇਜਲਾਸ ਤੇ ਲਾਈ ਰੋਕ। ਚੋਣ ਦੇ ਨਾਲ ਸੰਬੰਧਿਤ ਸਾਰੇ ਦਸਤਾਵੇਜ਼ ਹਾਈ ਕੋਰਟ ਦੇ ਕੋਲ ਜਮ੍ਹਾਂ ਕਰਾਉਣ ਦੇ ਹੁਕਮ। ਚੰਡੀਗੜ੍ਹ ਮੇਅਰ ਚੋਣ ਤੋਂ ਸੁਪਰੀਮ ਕੋਰਟ ਦੀਆਂ ਤਲਖ ਟਿੱਪਣੀਆਂ। ਕਿਹਾ ਪ੍ਰੀਜ਼ਾਈਡਿੰਗ ਅਫਸਰ ਨੇ ਬੈਲਟ ਪੇਪਰ ਦੇ ਨਾਲ ਕੀਤੀ ਛੇੜਛਾੜ। ਉਸ ਦੇ ਖਿਲਾਫ ਦਰਜ ਹੋਣਾ ਚਾਹੀਦਾ ਮੁਕੱਦਮਾ। ਨਹੀਂ ਹੋਣ ਦੇਵਾਂਗੇ ਲੋਕਤੰਤਰ ਦਾ ਕਤਲ। ਚੰਡੀਗੜ੍ਹ ਮੇਅਰ ਚੋਣ ਦੇ ਪ੍ਰੀਜ਼ਾਈਡਿੰਗ ਅਫਸਰ ਅਨਿਲ ਮਸੀਹ ਦੀ ਨਵੀਂ ਵੀਡੀਓ ਆਈ ਸਾਹਮਣੇ। ਬੈਲਟ ਪੇਪਰ ਤੇ ਕੁਝ ਲਿਖਣ ਤੋਂ ਬਾਅਦ ਕੈਮਰੇ ਦੇ ਵੱਲ ਦੇਖਦੇ ਨੇ ਅਨਿਲ ਮਸੀਹ। ਇਸ ਵੀਡੀਓ ਦੇ ਆਧਾਰ ਤੇ ਸੀਜੀਆਈ ਨੇ ਕੀਤੀਆਂ ਸਨ ਸਖਤ ਟਿੱਪਣੀਆਂ। ਚੰਡੀਗੜ੍ਹ ਮੇਅਰ ਚੋਣ ਤੇ ਸੁਪਰੀਮ ਕੋਰਟ ਦੇ ਫੈਸਲੇ ਦਾ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਕੀਤਾ ਸਵਾਗਤ। ਕਿਹਾ ਬੀਜੇਪੀ ਦੀ ਘਟੀਆ ਰਾਜਨੀਤੀ ਹੋਈ ਬੇਨਕਾਰ। ਪ੍ਰਧਾਨ ਮੰਤਰੀ ਮੋਦੀ ਦਾ ਇੰਡੀਆ ਗੱਠਜੋੜ ਤੇ ਨਿਸ਼ਾਨਾ। ਕਿਹਾ ਗੱਠਜੋੜ ਦੀ ਅਲਾਈਨਮੈਂਟ ਵਿਗੜੀ। ਕਾਂਗਰਸ ਦੀ ਰਫ਼ਤਾਰ ਦੇ ਨਾਲ ਕਰਦੇ ਕੰਮ ਤਾਂ ਲੱਗ ਜਾਂਦੇ 100 ਸਾਲ। ਕਾਂਗਰਸ ਇੱਕ ਹੀ ਪ੍ਰੋਜੈਕਟ ਨੂੰ ਵਾਰ-ਵਾਰ ਕਰ ਰਹੀ ਲਾਂਚ। ਭ੍ਰਿਸ਼ਟਾਚਾਰ ਦੇ ਮੁੱਦੇ ਤੇ ਬੀਜੇਪੀ ਪ੍ਰਧਾਨ ਜੇਪੀ ਨੱਡਾ ਨੇ ਘੇਰੀਆਂ ਵਿਰੋਧੀ ਧਿਰਾਂ। ਨਿਊਜ਼ 18 ਦੀ ਚੌਪਾਲ ਦੇ ਵਿੱਚ ਬੋਲੇ ਰਾਹੁਲ ਤੇ ਸੋਨੀਆ ਗਾਂਧੀ ਜ਼ਮਾਨਤ ਤੇ ਆਪ ਦੇ ਲੀਡਰ ਵੀ ਜੇਲ੍ਹ ਦੇ ਵਿੱਚ। ਨਿਊਜ਼ 18 ਦੇ ਖਾਸ ਸ਼ੋਅ ਚੌਪਾਲ ਦੇ ਵਿੱਚ ਬੋਲੇ ਮੁੱਖ ਮੰਤਰੀ ਮਾਨ। ਕਿਹਾ ਦੇਸ਼ ਨੂੰ ਬਚਾਉਣ ਦੇ ਲਈ ਇੰਡੀਆ ਗੱਠਜੋੜ ਇਕਜੁੱਟ। ਆਪਸੀ ਮਤਭੇਦ ਦੇਸ਼ ਬਚਾਉਣ ਦੀ ਮੁਹਿੰਮ ਤੋਂ ਵੱਡੇ ਨਹੀਂ। ਬੀਜੇਪੀ ਦੇ 400 ਦੇ ਨਾਅਰੇ ਤੇ ਵੀ ਚੁੱਕੇ ਸਵਾਲ। ਸਿੱਧੂ ਬਾਜਵਾ ਦੀ ਤਸਲ ਦੇ ਬਹਾਨੇ ਮੁੱਖ ਮੰਤਰੀ ਮਾਨ ਦਾ ਕਾਂਗਰਸ ਤੇ ਨਿਸ਼ਾਨਾ। ਕਿਹਾ ਬਾਜਵਾ ਗੈਂਗਰੀਨ ਦਾ ਹਵਾਲਾ ਦੇ ਕੇ ਵੱਢਣਾ ਚਾਹੁੰਦੇ ਨੇ ਅੰਗੂਠਾ, ਪਰ ਕੀ ਅੰਗੂਠੇ ਬਿਨਾਂ ਪੰਜੇ ਦੀਆਂ 4 ਉਂਗਲੀਆਂ ਲਈ ਮੰਗਣਗੇ ਵੋਟ। ਕਿਸਾਨਾਂ ਦੇ ਵੱਲੋਂ 13 ਫਰਵਰੀ ਦੇ ਦਿੱਲੀ ਕੂਚ ਦਾ ਪਲਾਨ ਤਿਆਰ। ਕਿਸਾਨ ਲੀਡਰਾਂ ਦਾ ਦਾਅਵਾ ਦੇਸ਼ ਭਰ ਦੀਆਂ 200 ਜਥੇਬੰਦੀਆਂ ਅੰਦੋਲਨ ਦਾ ਬਣਨਗੀਆਂ ਹਿੱਸਾ। ਪੰਜਾਬ ਦੇ ਕਿਸਾਨ ਸ਼ੰਭੂ ਖਨੌਰੀ ਤੇ ਡੱਬ ਵਾਲੀ ਬਾਰਡਰ ਤੋਂ ਕਰਨਗੇ ਕੂਚ। ਬੱਦੀ ਪਰਫਿਊਮ ਫੈਕਟਰੀ ਦੀ ਬਿਲਡਿੰਗ ਨੂੰ ਇੰਜੀਨੀਅਰਾਂ ਦੀ ਟੀਮ ਨੇ ਐਲਾਨਿਆ ਅਸੁਰੱਖਿਅਤ। ਸੀਐਫਐਸ ਸੈੱਲ ਦੀ ਸੈਂਪਲਿੰਗ ਦੇ ਬਾਅਦ ਤੋੜੀ ਜਾਵੇਗੀ ਬਿਲਡਿੰਗ। ਫਿਰ ਸ਼ੁਰੂ ਹੋਵੇਗੀ ਲਾਸ਼ਾਂ ਦੀ ਭਾਲ। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਉਮੀਦ ਹੈ ਤੁਸੀਂ ਸਾਰੇ ਖੈਰਿਅਤ ਦੇ ਨਾਲ ਹੋਵੋਗੇ। ਤਾਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਚੰਡੀਗੜ੍ਹ ਮੇਅਰ ਚੋਣ ਤੋਂ। ਤਾਂ ਚੰਡੀਗੜ੍ਹ ਮੇਅਰ ਚੋਣ ਦੀ ਨਵੀਂ ਵੀਡੀਓ ਸਾਹਮਣੇ ਆਈ ਹੈ। ਦੱਸਦੀ ਕਿ ਪ੍ਰੀਜ਼ਾਈਡਿੰਗ ਅਫਸਰ ਦੀ ਨਵੀਂ ਵੀਡੀਓ ਸਾਹਮਣੇ ਆਈ ਹੈ। ਤਾਂ ਇਹ ਵੀਡੀਓ ਨੂੰ ਹੀ ਵੇਖ ਕੇ ਸੀਜੀਆਈ ਨਾਰਾਜ਼ ਹੋਏ ਨੇ। ਬੈਲਟ ਪੇਪਰ ਤੇ ਕੁਝ ਲਿਖਣ ਵਾਲਾ ਵੀਡੀਓ ਜਿਹੜਾ ਸਾਹਮਣੇ ਆਇਆ, ਬੈਲਟ ਪੇਪਰ ਤੇ ਲਿਖਣ ਤੋਂ ਬਾਅਦ ਕੈਮਰੇ ਦੇ ਵੱਲ ਦੇਖਦੇ ਹੋਏ ਪ੍ਰੀਜ਼ਾਈਡਿੰਗ ਅਫਸਰ ਨਜ਼ਰ ਆ ਰਹੇ ਨੇ। ਤਸਵੀਰ ਤੁਹਾਨੂੰ ਦਿਖਾ ਰਹੇ ਹਾਂ, ਇਹ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਕੁਝ ਲਿਖਣ ਤੋਂ ਬਾਅਦ ਪ੍ਰੀਜ਼ਾਈਡਿੰਗ ਅਫਸਰ ਕੈਮਰਾ ਜੋ ਉੱਪਰਲੇ ਵਾਲੇ ਪਾਸੇ ਲੱਗਿਆ ਹੋਇਆ ਸੀ, ਦੇਖੋ ਸਾਹਮਣੇ ਵੀ ਲੱਗੇ ਹੋਏ ਸਨ। ਵੀਡੀਓਗ੍ਰਾਫੀ ਦੇ ਹਾਈ ਕੋਰਟ ਨੇ ਆਰਡਰ ਦਿੱਤੇ ਸੀ ਔਰ ਬਕਾਇਦਾ ਸਾਰੇ ਕੈਮਰਾਜ਼ ਜਿਹੜੇ ਨੇ ਇੱਥੇ ਤੈਨਾਤ ਕੀਤੇ ਗਏ ਔਰ ਵੀਡੀਓਗ੍ਰਾਫੀ ਜਿਹੜੀ ਹੈ ਉਹ ਹੋਣੀ ਸੀ, ਇਹ ਸਭ ਜਾਣਦੇ ਸਨ। ਔਰ ਅੱਗੇ ਵਾਲੇ ਕੈਮਰੇ ਤਾਂ ਦੇਖ ਹੀ ਰਹੇ ਨੇ, ਯਾਨੀ ਕਿ ਅੱਗੇ ਵਾਲੇ ਪਾਸੇ ਨੂੰ ਤਾਂ ਦੇਖ ਹੀ ਰਹੇ ਨੇ। ਔਰ ਜਦੋਂ ਕੁਝ ਲਿਖਦੇ ਨੇ, ਕਿਉਂਕਿ ਉਦੋਂ ਤੱਕ ਹੀ ਬੈਲਟ ਪੇਪਰ ਜਿਹੜੇ ਨੇ ਉਹ ਆ ਚੁੱਕੇ ਸਨ ਪ੍ਰੀਜ਼ਾਈਡਿੰਗ ਅਫਸਰ ਦੇ ਕੋਲ, ਔਰ ਕੁਝ ਲਿਖਦੇ ਹੋਏ ਉਸ ਤੋਂ ਬਾਅਦ ਉੱਪਰ ਵਾਲੇ ਪਾਸੇ ਦੇਖਦੇ ਨੇ। ਔਰ ਇਸੇ ਵੀਡੀਓ ਨੂੰ ਦੇਖ ਕੇ ਦੱਸਦੀ ਹੈ ਕਿ ਸੀਜੀਆਈ ਦੇ ਵੱਲੋਂ ਤਲਖ ਟਿੱਪਣੀਆਂ, ਸਖਤ ਟਿੱਪਣੀਆਂ ਕੀਤੀਆਂ ਗਈਆਂ ਨੇ। ਉਹਨਾਂ ਨੇ ਕਿਹਾ ਕਿ ਕਿਉਂ ਨਾ ਮੁਕੱਦਮਾ ਜਿਹੜਾ ਹੈ ਇਸ ਪ੍ਰੀਜ਼ਾਈਡਿੰਗ ਅਫਸਰ ਤੇ ਦਰਜ ਕੀਤਾ ਜਾਵੇ। ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ ਹੈ ਜਿਸ ਤਰੀਕੇ ਦੇ ਨਾਲ ਲੋਕਤੰਤਰ ਦਾ ਕਤਲ ਕੀਤਾ ਗਿਆ। ਉਹਨਾਂ ਨੇ ਸੀਜੀਆਈ ਨੇ ਇੱਥੋਂ ਤੱਕ ਕਿਹਾ ਹੈ ਕਿ ਪ੍ਰੀਜ਼ਾਈਡਿੰਗ ਅਫਸਰ ਦੇ ਵੱਲੋਂ ਬੈਲਟ ਪੇਪਰ ਦੇ ਨਾਲ ਛੇੜਛਾੜ ਕੀਤੀ ਗਈ ਹੈ। ਤਾਂ ਵੀਡੀਓ ਦੇ ਵਿੱਚ ਲਿਖਦੇ ਹੋਏ ਕੁਝ ਨਜ਼ਰ ਆ ਰਹੇ ਨੇ ਬੈਲਟ ਪੇਪਰ ਤੇ ਪ੍ਰੀਜ਼ਾਈਡਿੰਗ ਅਫਸਰ। ਉਸ ਤੋਂ ਬਾਅਦ ਉੱਪਰ ਵਾਲੇ ਪਾਸੇ ਕੈਮਰੇ ਨੂੰ ਵੇਖਦੇ ਨੇ ਔਰ ਬੇਹੱਦ ਹੀ ਸਖਤ ਟਿੱਪਣੀਆਂ ਦੱਸਦੀ ਕਿ ਕੱਲ ਸੁਪਰੀਮ ਕੋਰਟ ਦੀਆਂ ਸਾਹਮਣੇ ਆਈਆਂ ਸਨ। ਤਾਂ ਚੰਡੀਗੜ੍ਹ ਦੀ ਮੇਅਰ ਚੋਣ ਦਾ ਵਿਵਾਦ ਆਖਿਰਕਾਰ ਦਿੱਲੀ ਪਹੁੰਚਿਆ ਤੇ ਦਿੱਲੀ ਦੇ ਵਿੱਚ ਸੁਪਰੀਮ ਕੋਰਟ ਨੇ ਇਸ ਮਾਮਲੇ ਨੂੰ ਸਾਰੇ ਮਜ਼ਬੂਤ ਸਬੂਤਾਂ ਨੂੰ ਵੇਖਦਿਆਂ ਜੋ ਟਿੱਪਣੀ ਕੀਤੀ ਉਸ ਨੇ ਚੋਣ ਵਰੇ 2024 ਦੇ ਲਈ ਕਈ ਸਵਾਲ ਖੜੇ ਕਰ ਦਿੱਤੇ ਨੇ। 30 ਜਨਵਰੀ ਨੂੰ ਚੰਡੀਗੜ੍ਹ ਨਗਰ ਕਾਰਪੋਰੇਸ਼ਨ ਦੇ ਵਿੱਚ ਹੋਈ ਮੇਅਰ ਦੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਅਤੇ ਹੁਣ ਸੁਪਰੀਮ ਕੋਰਟ ਦੀਆਂ ਇਹ ਸਖਤ ਤੇ ਤਲਖ ਟਿੱਪਣੀਆਂ। जमहूरीयत का मजाक बनाया गया, जमहूरीयत का कतल होया है।
कि इंच कराइयां ਜਾਂਦੀਆਂ ਨੇ ਚੋਣਾਂ। ਇਹ तमाम ਉਹ ਟਿੱਪਣੀਆਂ ਨੇ ਜੋ ਸੁਪਰੀਮ ਕੋਰਟ ਦੇ ਮੁੱਖ ਜੱਜ ਜਸਟਿਸ ਡੀ.ਵਾਈ. ਚੰਦਰਚੂੜ ਨੇ ਚੰਡੀਗੜ੍ਹ ਮੇਅਰ ਦੀ ਚੋਣ ਨੂੰ ਲੈ ਕੇ ਕੀਤੀ। ਬੀਤੇ ਕਈ ਦਿਨਾਂ ਤੋਂ ਚੰਡੀਗੜ੍ਹ ਦੀ ਸਿਆਸਤ ਨੂੰ ਗਰਮਾ ਰਿਹਾ ਇਹ ਮਾਮਲਾ ਅਦਾਲਤ ਦੀਆਂ ਬਰੂਹਾਂ ਤੇ ਪਹੁੰਚਿਆ ਤਾਂ ਨਾਲ ਹੀ ਪਹੁੰਚੇ ਸਨ ਕਈ ਸਬੂਤ ਵੀ। ਅਦਾਲਤ ਦੇ ਅੰਦਰ ਹੋਈ ਕਾਰਵਾਈ ਦਾ ਉਹ ਹਿੱਸਾ ਸਭ ਤੋਂ ਅਹਿਮ ਹੈ ਜਿਸ ਵਿੱਚ ਬੈਂਚ ਦੇ ਸਾਹਮਣੇ ਵੀਡੀਓ ਰੱਖਿਆ ਗਿਆ। ਇਸ ਵਿੱਚ ਕਾਉਂਸਲਰ ਦੇ ਪੱਖ ਨੂੰ ਪੇਸ਼ ਕਰੇ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ, ਕਿਰਪਾ ਕਰਕੇ ਵੀਡੀਓ ਵੇਖੋ ਮਿਲॉर्ड, ਵੀਡੀਓ ਤੁਹਾਡੀ ਡਰਾਈਵ ਤੇ ਅਪਲੋਡ ਹੈ। ਇਸ ਤੋਂ ਬਾਅਦ ਸੀਜੀਆਈ ਦੀ ਅਗਵਾਈ ਵਾਲੀ ਬੈਂਚ ਨੇ ਵੀਡੀਓ ਵੇਖਣਾ ਸ਼ੁਰੂ ਕੀਤਾ। ਅਭਿਸ਼ੇਕ ਮਨੂ ਸਿੰਘਵੀ ਨੇ ਫਿਰ ਕਿਹਾ, ਦਸਤਖਤ ਤੋਂ ਬਾਅਦ ਕੁਝ ਗੜਬੜੀ ਹੈ। ਜਿਸ ਤੇ ਸੀਜੀਆਈ ਨੇ ਕਿਹਾ, ਮੈਨੂੰ ਇਹ ਹਿੱਸਾ ਦੇਖਣ ਦਿਓ, ਇਹ ਕਾਫੀ ਅਹਿਮ ਹੈ। ਇਸ ਤੇ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ, ਕਿਰਪਾ ਆਡੀਓ ਵੀ ਚਲਾਓ ਜਿਸ ਵਿੱਚ ਕਾਫੀ ਕੁਝ ਹੈ, ਅਸੀਂ ਵੇਖਣ ਲਈ ਕਹਿ ਰਹੇ ਸਨ ਅਤੇ ਉਸਨੇ ਕਿਹਾ ਕਿ ਤੁਸੀਂ ਨਹੀਂ ਵੇਖ ਸਕਦੇ। ਸੀਜੀਆਈ ਦੀ ਅਗਵਾਈ ਵਾਲੀ ਬੈਂਚ ਨੇ ਇਹ ਪੂਰਾ ਵੀਡੀਓ ਵੇਖ ਲਿਆ। ਇਸ ਤੋਂ ਬਾਅਦ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ, ਕਿਰਪਾ ਕਰਕੇ ਨੋਟਿਸ ਜਾਰੀ ਕਰੋ ਅਤੇ ਬੈਲਟ ਸੁਰੱਖਿਅਤ ਰੱਖੇ ਜਾਣੇ ਚਾਹੀਦੇ ਨੇ। ਜਿਸ ਤੇ ਸੀਜੀਆਈ ਨੇ ਕਿਹਾ, ਸਾਨੂੰ ਉਹ ਹਿੱਸਾ ਦਿਖਾਓ ਜਿੱਥੇ ਉਹ ਬੈਲਟ ਪੇਪਰ ਚੁੱਕ ਕੇ ਭੱਜ ਰਿਹਾ ਹੈ। ਇਸ ਪੂਰੇ ਵੀਡੀਓ ਦੀ ਸਮਾਪਤੀ ਤੋਂ ਬਾਅਦ ਆਈ ਦੇਸ਼ ਦੀ ਸਰਵਉੱਚ ਅਦਾਲਤ ਦੇ ਮੁੱਖ ਜੱਜ ਦੀ ਉਹ ਟਿੱਪਣੀ ਜਿਸ ਨੇ ਕਈ ਸਵਾਲ ਖੜੇ ਕਰ ਦਿੱਤੇ। ਸੀਜੀਆਈ ਡੀ.ਵਾਈ. ਚੰਦਰਚੂੜ ਨੇ ਕਿਹਾ, ਇਹ ਜ਼ਾਹਿਰ ਹੈ ਕਿ ਉਸਨੇ ਬੈਲਟ ਪੇਪਰਾਂ ਦਾ ਰੁਖ ਵਿਗਾੜਿਆ ਹੈ, ਉਸ ਖਿਲਾਫ ਕਾਰਵਾਈ ਕੀਤੇ ਜਾਣ ਦੀ ਲੋੜ ਹੈ। ਉਹ ਕੈਮਰੇ ਵੱਲ ਕਿਉਂ ਦੇਖ ਰਿਹਾ ਹੈ? ਇਸ ਜਮਹੂਰੀਅਤ ਦਾ ਮਜ਼ਾਕ ਉਡਾਇਆ ਜਾਣਾ ਅਤੇ ਜਮਹੂਰੀਅਤ ਦਾ ਕਤਲ ਕਰਨਾ ਹੈ। ਅਸੀਂ ਹੈਰਾਨ ਹਾਂ ਕਿ ਇਹ ਇੱਕ ਚੋਣ ਅਧਿਕਾਰੀ ਦਾ ਵਿਵਹਾਰ ਹੈ। ਜਿੱਥੇ ਹੇਠਲੇ ਹਿੱਸੇ ਵਿੱਚ ਨਿਸ਼ਾਨ ਹੈ ਉਸ ਨੂੰ ਨਹੀਂ ਛੂੰਦਾ, ਪਰ ਜਦੋਂ ਇਹ ਉੱਪਰਲੇ ਹਿੱਸੇ ਵਿੱਚ ਹੈ ਉਹ ਛੇੜਖਾਨੀ ਕਰਦਾ ਹੈ। ਰਿਟਰਨਿੰਗ ਅਧਿਕਾਰੀ ਨੂੰ ਦੱਸ ਦਿਓ ਕਿ ਸੁਪਰੀਮ ਕੋਰਟ ਉਸ ਨੂੰ ਦੇਖ ਰਿਹਾ ਹੈ। ਅਦਾਲਤ ਦੀ ਇਸ ਟਿੱਪਣੀ ਦੇ ਨਾਲ ਹੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਪੱਖ ਰੱਖ ਰਹੇ ਵਕੀਲ ਗੁਰਮਿੰਦਰ ਸਿੰਘ ਨੇ ਪ੍ਰਤੀਕਰਮ ਦਿੱਤਾ ਅਤੇ ਕਿਹਾ ਕਿ ਇਸ ਦਾ ਅਸਰ ਕਾਫੀ ਅੱਗੇ ਤੱਕ ਜਾ ਸਕਦਾ ਹੈ। प्योरिटी ऑफ इलेक्शंस जो है वो किसी भी डेमोक्रेटिक कंट्री का हॉलमार्क है, और जहां इलेक्शंस की प्योरिटी इस तरह इफेक्ट हुई है जबकि प्रिजाइडिंग ऑफिसर खुद डीफेस कर रहा है, और उसमें सुप्रीम कोर्ट ने इसका बहुत सीरियस व्यू कहा है और कहा है कि उस प्रिजाइडिंग ऑफिसर के ऊपर हमारी नजर है। ਪੂਰੇ ਮਾਮਲੇ ਵਿੱਚ ਸੁਪਰੀਮ ਅਦਾਲਤ ਨੇ ਚੋਣਾਂ ਨਾਲ ਜੁੜੇ ਸਾਰੇ ਰਿਕਾਰਡ ਨੂੰ ਡੀਸੀ ਚੰਡੀਗੜ੍ਹ ਤੋਂ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਦੇ ਕੋਲ ਜਮ੍ਹਾਂ ਕਰਾਏ ਜਾਣ ਦਾ ਹੁਕਮ ਤਾਂ ਦਿੱਤਾ ਹੀ, ਨਾਲ ਹੀ ਇਸ ਮਾਮਲੇ ਵਿੱਚ ਅਗਲੀ ਤਾਰੀਖ 19 ਫਰਵਰੀ ਤੈਅ ਕਰਦਿਆਂ ਰਿਟਰਨਿੰਗ ਅਫਸਰ ਨੂੰ ਵੀ ਉਸ ਸੁਣਵਾਈ ਵਿੱਚ ਪੇਸ਼ ਹੋਣ ਦੀ ਹਿਦਾਇਤ ਦੇ ਦਿੱਤੀ ਅਤੇ ਨਾਲ ਹੀ ਬੁੱਧਵਾਰ ਤੋਂ ਸ਼ੁਰੂ ਹੋਣ ਜਾ ਰਹੇ ਕਾਰਪੋਰੇਸ਼ਨ ਦੇ ਬਜਟ ਇਜਲਾਸ ਤੇ ਵੀ ਰੋਕ ਲਗਾ ਦਿੱਤੀ। ਦਿੱਲੀ ਤੋਂ ਸੁਸ਼ੀਲ ਪਾਂਡੇ ਦੇ ਨਾਲ ਨਿਊਜ਼ ਡੈਸਕ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਚੰਡੀਗੜ੍ਹ ਮੇਅਰ ਚੋਣ ਤੇ ਸੁਪਰੀਮ ਕੋਰਟ ਦੇ ਫੈਸਲੇ ਦਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਸਵਾਗਤ ਕੀਤਾ ਹੈ। ਦੋਵਾਂ ਨੇ ਕਿਹਾ ਹੈ ਸਰਵਉੱਚ ਅਦਾਲਤ ਦੇ ਫੈਸਲੇ ਦੇ ਨਾਲ ਬੀਜੇਪੀ ਦੀ ਘਟੀਆ ਰਾਜਨੀਤੀ ਬੇਨਕਾਬ हुई है। एक चुने हुए लोगों को, जो चुने हुए लोग हैं, उनके इलेक्टेड पीपल, जो हमारे देश के इलेक्टेड पीपल हैं, जो लोगों की भावना है, उसका मैं समझता मर्डर जो एक दिन दिहाड़े में हुआ है, इट्स वेरी बिग सेटबैक फॉर द बीजेपी। होल कंट्री ये देख रहा है कि कैसे डेमोक्रेसी का मर्डर एक छोटी सी इलेक्शन में, मेयर की इलेक्शन में पंजाब में हुआ, चंडीगढ़ में हुआ है, पूरा देश देख रहा है। सर्वोच्च न्यायालय के समक्ष था, बहुत ही जो स्कैथिंग रिमार्क्स किए हैं और प्रिजाइडिंग ऑफिसर के अगेंस्ट, और उन्होंने कहा कि जो 7 तारीख की मीटिंग है उसको जो है वो कैंसिल किया जाए। जो नए मेयर जो सोनकर थे, जिनको हम मेयर नहीं मानते, जो मैं समझता हूं कि गलत तरीके से मेयर बने थे, उनके प्रिजाइडिंग अफसर के गलत वोटों के निशान लगाने के कारण उस मीटिंग को भी उन्होंने कैंसिल किया। 5 बजे तक रिकॉर्ड भी जो रजिस्ट्रार जनरल है यहां पर हाईकोर्ट के, उनके पास जमा कराने को कहा है, और साथ ही साथ उन्होंने बहुत ज्यादा तीखी तलख टिप्पणियां जो है प्रिजाइडिंग अफसर के रोल पर कही। उन्होंने कहा कि ऐसे व्यक्ति के खिलाफ तो मुकदमा दर्ज होना चाहिए। मैं समझता हूं कि सुप्रीम कोर्ट ने न्याय किया है, सुप्रीम कोर्ट ने इस मैटर को समझा है, मामले की गंभीरता को समझते हुए सही फैसला जो उन्होंने, सही ऑब्जर्वेशन उन्होंने दिया है, और हमें उम्मीद है कि अगले सोमवार को जब ये मामला लगेगा तो पूरा दूध का दूध और पानी का पानी कर दिया जाएगा, और चंडीगढ़ में दोबारा से मेयर चुनाव होगा, और जनता के प्रतिनिधियों द्वारा चुना हुआ व्यक्ति, जिसे हमारा इंडिया अलायंस वोट डालना चाहते थे, उसे मेयर बनाकर बिठाया जाएगा।
ਅੱਗੇ ਵਧਦੇ ਹਾਂ ਤਾਂ ਨਿਊਜ਼ 18 ਦੀ ਚੌਪਾਲ ਦੇ ਵਿੱਚ ਮੁੱਖ ਮੰਤਰੀ ਮਾਨ ਇੰਡੀਆ ਗੱਠਜੋੜ ਨੂੰ ਲੈ ਕੇ ਬੋਲਦੇ ਹੋਏ ਨਜ਼ਰ ਆਏ ਨੇ। ਉਹਨਾਂ ਕਿਹਾ ਕਿ ਇੰਡੀਆ ਗੱਠਜੋੜ ਬੰਦ ਮੁੱਠੀ ਦੀ ਤਰ੍ਹਾਂ ਹੈ। ਬੀਜੇਪੀ ਦੇ 400 ਪਾਰ ਦੇ ਦਾਅਵੇ ਤੇ ਵੀ ਉਹਨਾਂ ਨੇ ਸਵਾਲ ਚੁੱਕੇ ਨੇ। ਸਰਕਾਰ ਦੇਸ਼ ਦੇ ਲੋਕ ਬਣਾਉਣਗੇ, ਬੀਜੇਪੀ ਨਹੀਂ, ਉਹਨਾਂ ਨੇ ਕਿਹਾ ਹੈ। ਬੀਜੇਪੀ ਚੰਡੀਗੜ੍ਹ ਦੇ ਮੇਅਰ ਦੇ ਵਾਂਗ ਵੋਟਾਂ ਦੀ ਗਿਣਤੀ ਨਾ ਕਰੇ ਤਾਂ ਬਾਜਵਾ ਤੇ ਸਿੱਧੂ ਨੂੰ ਵੀ ਸੀਐਮ ਮਾਨ ਨੇ ਸਲਾਹ ਦਿੱਤੀ ਹੈ। हम गठबंधन सबका कह रहे हैं, मुट्ठी है, इसमें एक उंगली को कैसे कह दोगे ये इसकी मालकिन है या ये इसकी मालकिन है या ये इसकी मालकिन है ये इसकी मालकिन है। मुट्ठी है पूरी, अगर मुट्ठी बनेगी तो ही है। अभी तो यहाँ लड़ाई चल रही है पंजाब में, नवजोत सिद्धू और बाजवा साहब जो हैं LOP हैं पंजाब में, उन्होंने कहा सिद्धू के बारे में कि अगर अंगूठे में गैंग्रीन फैल जाए तो उसको काट देना चाहिए। तो मैंने कहा इसका मतलब ये तो बता दो इस बार लोग पंजे को वोट डालें या 4 उंगलियों को वोट डालोगे। मतलब आपस की लड़ाइयां बाद में लड़ लेंगे, आपस के मतभेद होंगे बाद में कर लेंगे, एक बार देश तो बचाएं। आपने खुद सुना अभी पीयूष गोयल साहब कह कर गए हैं कि वापस तो वही आ रहे हैं सरकार में, जीत के तो वही आएंगे, कॉन्फिडेंस तो उन्हीं को है। सर सभी बोलते हैं ऐसे तो, दिल्ली में भी बोलते थे इस बार इतनी पार, जब दिल्ली में चुनाव हुआ भी 15 में भी 20 में भी 20 में ही बोला इस बार इतनी पार, लेकिन दिल्ली में क्या है इस बार सिर्फ जमुना पार। तो मतलब इनके कहने से थोड़ी होता है, इनके कहने से थोड़ी होता है कि जी हम ये करेंगे हम ये जीतेंगे। जिताना तो जनता जनार्दन है। हाँ अगर इनको पता है चंडीगढ़ के मेयर की तरह कि इतनी वोट हमारी हैं इतनी उनकी हैं उनके वाली भी हमारी हैं, फिर कुछ भी हो सकता है। लोकतंत्र, लेकिन वोट तो डलवाइए और वोट सही तो डलवाइए, और डलवा लिए तो गिन तो सही लीजिए, जो भी हार गया गिन तो सही लीजिए भाई साहब। ऐसा नहीं है कि किसी के लोकतंत्र किसी ने कब्जा कर लिया या कोई, लोकतंत्र को बचाना है। और हाँ लोकतंत्र में हार जाएं कोई प्रॉब्लम नहीं, पार्टियां आती जाती रहती हैं। ਅੱਗੇ ਵਧਦੇ ਹਾਂ ਤਾਂ ਸ਼ਰਾਬ ਘੁਟਾਲੇ ਦੇ ਮਾਮਲੇ ਦੇ ਵਿੱਚ ਈਡੀ ਦੇ ਸੰਮਣ ਤੇ ਅਰਵਿੰਦ ਕੇਜਰੀਵਾਲ ਦੇ ਪੇਸ਼ ਨਾ ਹੋਣ ਦਾ ਮੁੱਦਾ ਸੋਮਵਾਰ ਨੂੰ ਭਖਿਆ ਤਾਂ ਬੀਜੇਪੀ ਅਤੇ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਨੇ ਇੱਕ ਦੂਜੇ ਨੂੰ ਨਿਸ਼ਾਨੇ ਤੇ ਲਿਆ। ਵੇਖਦੇ ਹਾਂ ਇਹ ਰਿਪੋर्ट। हम सवालों के जवाब देंगे, लेकिन बता तो दीजिए क्यों बुला रहे हो? हम कोई भागते नहीं है, हम किसी बात से काने नहीं है भाई साहब। ਇਸ ਸਵਾਲ ਸੀਐਮ ਭਗਵੰਤ ਮਾਨ ਨੇ ਸੋਮਵਾਰ ਨੂੰ ਨਿਊਜ਼ 18 ਦੇ ਮੰਚ ਤੋਂ ਪੁੱਛਿਆ। ਚੌਪਾਲ ਦੌਰਾਨ ਜਦੋਂ ਸੀਐਮ ਨੂੰ ਇਹ ਪੁੱਛਿਆ ਕਿ ਆਮ ਆਦਮੀ ਪਾਰਟੀ ਸੰਮਣਾ ਤੋਂ ਕਿਉਂ ਡਰਦੀ ਹੈ ਤਾਂ ਜਵਾਬ ਵਿੱਚ ਸੀਐਮ ਭਗਵੰਤ ਮਾਨ ਨੇ ਪੁੱਛਿਆ ਕਿ ਕਿਹੜੀ ਹੈਸੀਅਤ ਦੇ ਨਾਲ ਈਡੀ ਅਰਵਿੰਦ ਕੇਜਰੀਵਾਲ ਨੂੰ ਸੰਮਣ ਕਰ ਰਹੀ ਹੈ। अगर समन जाएंगे तो जवाब देने जाएंगे, बुला किस हैसियत में रहे हो? गवाह हैं, दोषी हैं, क्या हैं पते बता तो दो। सीधा ईडी आई, चलो जी उठा के ले गए, 15 इसके खरीद लिए, 10 उसके तोड़ दिए, चलो जी हाँ वाले हाँ कहें ना वाले ना कहें, हाँ वालों की जीत हुई, चलो चलो चलो। ये क्या है? वोट डलवा लो वहां। वो कहते रहते हैं सर डिवीजन डिवीजन डिवीजन, नहीं डिवीजन करवाते नहीं, लेकिन पब्लिक में तो यही इमेज जाती है ना कि भाई आप सवाल पूछे जा रहे हैं, आप जवाब नहीं दे रहे, आप धरना दे रहे हैं। नहीं नहीं हम सवालों के जवाब देंगे, लेकिन बता तो दीजिए क्यों बुला रहे हो, कारण क्या है, और उसी दिन क्यों बुला रहे हो जिस दिन कोई फंक्शन होता है। और ये ईडी सिर्फ यानी जवाब देने के लिए तैयार है आप? जवाब देने के लिए तैयार है, हम कोई भागते नहीं है, हम किसी बात से काने नहीं है भाई साहब। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਵੀ ਅਰਵਿੰਦ ਕੇਜਰੀਵਾਲ ਨੂੰ ਵਾਰ-ਵਾਰ ਸਮਨ ਹੋਣ ਤੋਂ ਬਾਅਦ ਵੀ ਪੇਸ਼ ਨਾ ਹੋਣ ਤੇ ਤੰਜ ਕੱਸਦਿਆਂ ਕਿਹਾ ਕਿ ਹੁਣ ਤਾਂ ਸਮਣਾ ਦੀ ਗਿਣਤੀ ਵੀ ਯਾਦ नहीं। ऐसी क्या मजबूरी है कि वो क्यों ईडी का सामना नहीं करते हैं, क्यों जवाब नहीं देते? वो सर्टिफिकेट देते थे मनीष सिसोदिया को, ईमानदार है, देते थे कि नहीं देते थे? कहाँ है आजकल वो? कोई ऐसा क्षेत्र छोड़ा नहीं जहां पे घोटाला ना हुआ। इसलिए इन लोगों से आज लोग दुखी हो चुके हैं। वो तुलना करके देखते हैं कि एक तरफ नरेंद्र मोदी की सरकार जो 10 वर्षों में कोई 1 रुपए का आरोप नहीं लगाया है, दूसरी ओर ऐसे 10 लोग इकट्ठे हुए हैं जो ऊपर से नीचे तक भ्रष्टाचार। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਆਪਣੇ ਲਹਿਜੇ 'ਚ ਜਵਾਬ ਦਿੱਤਾ ਹੈ ਤਾਂ ਸੀਐਮ ਭਗਵੰਤ ਮਾਨ ਨੇ ਪੁੱਛਿਆ ਕਿ ਕਿਸ ਹੈਸੀਅਤ ਦੇ ਨਾਲ ਬੁਲਾਇਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪੁੱਛਿਆ ਕਿ ਕਿਉਂ ਕਿਸੇ ਖਾਸ ਦਿਨ ਤੇ ਹੀ ਈਡੀ ਅਰਵਿੰਦ ਕੇਜਰੀਵਾਲ ਨੂੰ ਸਮਨ ਭੇਜਦੀ ਹੈ। ਕਾਬਲੇ ਗੌਰ ਹੈ ਕਿ ਸ਼ਰਾਬ ਘੁਟਾਲੇ ਮਾਮਲੇ ਦੇ ਵਿੱਚ ਈਡੀ ਹੁਣ ਤੱਕ ਅਰਵਿੰਦ ਕੇਜਰੀਵਾਲ ਨੂੰ 5 ਵਾਰ ਸਮਨ ਦੇ ਚੁੱਕੀ ਹੈ, ਪਰ ਹਰ ਵਾਰ ਆਮ ਆਦਮੀ ਪਾਰਟੀ ਸਮਨ ਤੇ ਜਵਾਬ ਦਿੰਦੀ ਹੈ, ਸਵਾਲ ਚੁੱਕਦੀ ਹੈ ਤੇ ਕਹਿੰਦੀ ਹੈ ਕਿ ਇਹ ਸਮਨ ਨਹੀਂ ਸਿਰਫ ਸਿਆਸਤ ਹੈ। ਡੈਸਕ ਤੋਂ ਬਿਊਰੋ ਰਿਪੋर्ट न्यूज़ 18 पंजाब। उधर ईडी की कार्रवाई ते पीएम का बयान आया है। भ्रष्टाचार ते एजेंसियां
ਐਕਸ਼ਨ ਲੈ ਰਹੀਆਂ ਨੇ। ਉਹਨਾਂ ਕਿਹਾ ਹੈ ਭ੍ਰਿਸ਼ਟਾਚਾਰ ਤੇ ਐਕਸ਼ਨ ਦਾ ਵਿਰੋਧ ਕਰ ਰਹੇ ਨੇ। ਤਾਂ 10 ਸਾਲ ਪਹਿਲਾਂ ਸਦਨ ਦੇ ਵਿੱਚ ਭ੍ਰਿਸ਼ਟਾਚਾਰ ਤੇ ਚਰਚਾ ਹੁੰਦੀ ਸੀ। ਪਹਿਲਾਂ ਏਜੰਸੀਆਂ ਦੀ ਸਿਆਸੀ ਦੁਰਵਰਤੋਂ ਹੁੰਦੀ ਸੀ ਤਾਂ ਕਾਂਗਰਸ ਦੇ ਸਮੇਂ ਈਡੀ ਨੇ 5000 ਕਰੋੜ ਜ਼ਬਤ ਕੀਤੇ ਨੇ। ਇਹ ਵੀ ਪੀਐਮ ਨੇ ਕਿਹਾ। जब भ्रष्टाचारियों पर एक्शन लिया जा रहा है तो लोग उनका समर्थन में हंगामा करते हैं। इनके समय में एजेंसियों का सिर्फ और सिर्फ राजनीतिक उपयोग के लिए उपयोग किया जाता था। हमने पहले के मुकाबले 2 गुने से अधिक केस दर्ज किए। कांग्रेस के समय में ईडी ने 5000 करोड़ रुपए की संपत्ति जब्त की। हमारे कार्यकाल में ईडी ने 1 लाख करोड़ रुपए की संपत्ति की। जिनका इतना सारा माल पकड़ा जाता हो, नोटों के ढेर पकड़े जाते हो, किस किस के घर में से पकड़े जाते, किस किस राज्यों में पकड़े जाते थे। ये देश ये नोटों के ढेर देख देख करके चौंक गया है। उधर न्यूज़ 18 ਦੀ ਚੌਪਾਲ ਦੇ ਵਿੱਚ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਵਿਰੋਧੀ ਧਿਰਾਂ ਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਨਿਸ਼ਾਨਾ ਸਾਧਦੇ ਨਜ਼ਰ ਆਏ। ਰਾਹੁਲ ਅਤੇ ਸੋਨੀਆ ਗਾਂਧੀ ਜ਼ਮਾਨਤ ਤੇ ਬਾਹਰ ਨੇ। ਜੇਪੀ ਨੱਡਾ ਨੇ ਕਿਹਾ ਆਮ ਆਦਮੀ ਪਾਰਟੀ ਦੇ ਲੀਡਰ ਜੇਲ੍ਹ ਦੇ ਵਿੱਚ ਨੇ। ਕੇਜਰੀਵਾਲ ਈਡੀ ਸਾਹਮਣੇ ਨਹੀਂ ਹੋ ਰਹੇ ਪੇਸ਼। ਇਹ ਵੀ ਜੇਪੀ ਨੱਡਾ ਦੇ ਵੱਲੋਂ ਕਿਹਾ। हजारों करोड़ के घोटाले में सोनिया गांधी जी बेल पर है कि नहीं है? आप बताइए। राहुल गांधी हजारों करोड़ के घोटाले पर जेल पे है कि नहीं है? आप बताइए। मनीष सिसोदिया हाई कोर्ट में कई बार अपने बेल को कैंसिल कराने के लिए गए कि नहीं गए? अपने इम्प्रिजनमेंट को कैंसिल कराने के लिए गए कि नहीं गए? बेल मांगा कि नहीं मांगा? रिजेक्ट हुआ कि नहीं हुआ? संजय सिंह बहुत ये और वो और ये सब कुछ करके गए, मुड़ के आए नहीं, घूम घूम करके थक गए। हम तो ढूंढ रहे हैं। हमने कहा ओथ दिलाने के लिए तो ले आओ भाई, वो भी जेल में हो रहा है, मैं क्या करूं? व्हाट कैन आई डू? तो इनको अब ये सब लोग, अब हेमंत सोरेन है, मैं ईश्वर की शपथ लेता हूं, मैं संविधान की रक्षा करूंगा। ईडी के 10 नोटिस पर आप नहीं गए। इज दिस द बिहेवियर ऑफ ए चीफ मिनिस्टर? एंड द ईडी हैड टू गो टू योर रेजिडेंस। एक उन्हीं के कॉपी करने वाले 5 बार ईडी का नोटिस उन्होंने रिजेक्ट कर दिया, दिल्ली के मुख्यमंत्री। हम क्या करें? अरे नोटिस, एसआईटी कमेटी की नोटिस प्रधानमंत्री मोदी जी को भी आई थी। प्रधानमंत्री मोदी जी अकेले गए थे। क्या बीजेपी के पास लोग नहीं थे कि नारे लगाते? क्या बीजेपी के पास लोग नहीं थे जो बाहर तमाशा कर सकते थे? लेकिन नहीं, चीफ मिनिस्टर गुजरात के रूप में प्रधानमंत्री मोदी जी ने कहा कोई पार्टी का कार्यकर्ता नहीं आएगा, एसआईटी ने मुझे बुलाया है, मैं जाऊंगा। उन्होंने 7 घंटे फेस किया और निचली अदालत से लेकर के सुप्रीम कोर्ट तक बाइज्जत बरी होकर के आए हैं। ये हमने ਤਾਂ ਉਧਰ ਪੀਐਮ ਨਰਿੰਦਰ ਮੋਦੀ ਨੇ 2024 ਨੂੰ ਲੈ ਕੇ ਦਾਅਵਾ ਕੀਤਾ ਹੈ ਕਿ ਇਸ ਵਾਰ ਐਨਡੀਏ ਗੱਠਜੋੜ 400 ਤੋਂ ਪਾਰ ਹੋਏਗਾ ਤਾਂ ਬੀਜੇਪੀ ਇਕੱਲੀ 370 ਸੀਟਾਂ ਜਿੱਤੇਗੀ ਔਰ ਇੰਡੀਆ ਗੱਠਜੋੜ ਦੀ ਲਾਈਨਮੈਂਟ ਵਿਗੜ ਗਈ ਹੈ ਉਹਨਾਂ ਨੇ ਕਿਹਾ ਹੈ ਔਰ ਸਾਡੀ ਸਰਕਾਰ ਦਾ ਤੀਜਾ ਕਾਰਜਕਾਲ ਦੂਰ ਨਹੀਂ ਹੈ ਤਾਂ 100 ਤੋਂ 125 ਦਿਨ ਬਾਅਦ ਸਾਡਾ ਤੀਜਾ ਕਾਰਜਕਾਲ ਸ਼ੁਰੂ ਹੋਏਗਾ। ਵਿਰੋਧੀ ਧਿਰਾਂ ਨੇ ਵਿਰੋਧੀ ਧਿਰ ਦੇ ਵਿੱਚ ਰਹਿਣ ਦਾ ਸੰਕਲਪ ਕੀਤਾ ਹੈ ਵੀ ਪੀਐਮ ਮੋਦੀ ਕਹਿੰਦੇ ਹੋਏ ਨਜ਼ਰ ਆਏ ਨੇ। ਵਿਰੋਧੀ ਧਿਰ ਚੋਣਾਂ ਲੜਨ ਦਾ ਹੌਸਲਾ ਗਵਾ ਚੁੱਕੀ ਹੈ। अब हमारी सरकार का तीसरा कार्यकाल भी बहुत दूर नहीं है। ज्यादा से ज्यादा 100-125 दिन बाकी है और अब की बार पूरा देश कह रहा है, अब की बार खड़गे जी भी कह रहे हैं, हमारा तीसरा कार्यकाल बहुत बड़े फैसलों का होगा। देश को अगले 1000 वर्षों तक समृद्ध और सिद्धि के शिखर एनडीए को तो 400 पार कर पाई के रहेगा।
लेकिन भारतीय जनता पार्टी को 370 सीट अवश्य देगा। बीजेपी को 370 सीट और एनडीए को 400 पार। भानुमति का कुनबा जोड़ा, लेकिन फिर एकला चलो रे करने लग गए। कांग्रेस के लोगों ने नया नया मोटर मैकेनिक का काम सीखा है और इसलिए अलाइनमेंट क्या होता है उसका ज्ञान तो हो गया होगा, लेकिन मैं देख रहा हूं अलायंस का ही अलाइनमेंट बिगड़ गया। अपने इस कुनबे में अगर एक दूसरे पर विश्वास नहीं है तो ये लोग देश पर विश्वास कैसे करेंगे। हमारा तीसरा कार्यकाल बहुत बड़े फैसलों का होगा। मैंने लाल किले से कहा था और राम मंदिर प्राण प्रतिष्ठा के समय भी मैंने उसको दोहराया था। मैंने कहा था देश को अगले 1000 वर्षों तक समृद्ध और सिद्धि के शिखर पर देखना चाहिए। तीसरा कार्यकाल अगले 1000 वर्षों के लिए एक मजबूत नींव रखने का कार्यकाल होगा। विपक्ष ने जो संकल्प लिया है उसकी सराहना करता हूं। उनके भाषण के एक एक बात से मेरा और देश का विश्वास पक्का हो गया है कि इन्होंने लंबे अरसे तक वहां रहने का संकल्प ले लिया। आप कई दशक तक जैसे यहां बैठे थे वैसे ही कई दशक तक वहां बैठने का आपका संकल्प